Hey everyone, welcome or welcome back to my channel. This is Parneet. I hope you all are doing good. So today in this video lesson we are going to discuss reading. Yes, reading da ਅੱਜ ਅਸੀਂ discuss ਕਰਾਂਗੇ match the headings which is quite a challenging part for all of us whether we are GT students or academic students. ਅੱਜ ਮੈਂ ਤੁਹਾਡੇ doubts clear ਕਰੂੰਗੀ ਕਿ match the headings ਨੂੰ ਕਿਵੇਂ ਤੁਸੀਂ find out ਕਰੋ ਤੇ ਨਾਲ ਆਪਾਂ ਹਲਕੇ tips ਵੀ discuss ਕਰਾਂਗੇ ਜਿਹੜੀਆਂ ਤੁਹਾਨੂੰ ਬਹੁਤ ਜ਼ਿਆਦਾ helpful ਹੋਣਗੀਆਂ ਜਦੋਂ ਤੁਸੀਂ ਪ੍ਰੇਪੇਅਰ ਕਰਦੇ ਹੋ ਜਾਂ ਫਿਰ ਜਦੋਂ ਫਾਈਨਲ ਐਗਜ਼ਾਮ ਦੇ ਵਿੱਚ ਆਪਣੀ ਰੀਡਿੰਗ ਪਰਫਾਰਮ ਕਰੋਗੇ ਫਾਈਨ ਸੋ ਵਿਦਆਊਟ ਵੇਸਟਿੰਗ ਐਨੀ ਟਾਈਮ ਲੈਟਸ ਗੈਟ ਸਟਾਰਟਡ ਓਕੇ ਗਾਇਜ਼ ਸਭ ਤੋਂ ਪਹਿਲਾਂ ਤੁਸੀਂ ਧਿਆਨ ਦੇਣਾ ਇੱਕ ਗੱਲ ਦਾ ਜਦੋਂ ਵੀ ਤੁਹਾਨੂੰ ਮੈਚ ਹੈਡਿੰਗਸ ਆਉਂਦੇ ਆ ਉਸ ਟਾਈਮ ਤੇ ਤੁਸੀਂ ਪਹਿਲਾਂ ਆਪਸ਼ਨਸ ਨਹੀਂ ਪੜ੍ਹਨੇ ਸਭ ਤੋਂ ਪਹਿਲਾਂ ਕੀ ਕਰਾਂਗੇ ਸਪੋਜ਼ ਆਪਾਂ ਨੂੰ ਇਹ ਸੈਕਸ਼ਨ ਦਿੱਤਾ ਇਹਦੇ ਵਿੱਚ ਪੈਸੇजेस ਨੇ A B C D ਹੈ ਨਾ ਆਪਾਂ ਸਭ ਤੋਂ ਪਹਿਲਾਂ A ਵਾਲੇ ਪੜਾਂਗੇ ਸਪੋਜ਼ ਸਭ ਤੋਂ ਪਹਿਲਾਂ ਮੈਂ A ਵਾਲਾ ਪੈਸੇਜ ਪੂਰਾ ਪੜੂੰਗੀ ਪੜ੍ਹ ਕੇ ਮੈਂ ਇਸ ਦਾ ਕੀ ਕਰੂੰਗੀ ਇੱਕ ਸਮਰੀ ਬਣਾਉਂਗੀ ਮਤਲਬ ਇੱਕ ਤਰ੍ਹਾਂ ਦਾ ਮੈਂ ਇਸ ਦਾ ਕਨਕਲੂਜਨ ਕੱਢੂੰਗੀ ਹੈ ਨਾ ਇਸ ਦਾ ਨਤੀਜਾ ਨਿਚੋੜ ਕੱਢੂੰਗੀ ਕਿ ਇਸ ਦੇ ਵਿੱਚ ਗੱਲ ਕਿਸ ਚੀਜ਼ ਦੀ ਹੋ ਰਹੀ ਹੈ then I'll move on to the options ਫਿਰ ਮੈਂ one by one options ਨੂੰ skim and scan ਕਰੂੰਗੀ fine ਪਹਿਲੀ ਟਿਪ ਇਹ ਸੀ ਓਕੇ ਸੈਕੰਡ ਟਿਪ ਇਜ਼ ਜਦੋਂ ਤੁਸੀਂ ਪੈਰਾਗ੍ਰਾਫ ਪੜੋਗੇ ਸਪੋਜ਼ ਆਈ ਐਮ ਰੀਡਿੰਗ ਦਿਸ ਏ ਪੈਰਾਗ੍ਰਾਫ ਤਾਂ ਹਰ ਇੱਕ ਵਰਡ ਹਰ ਇੱਕ ਲਾਈਨ ਦਾ ਮੀਨਿੰਗ ਸਮਝਣ ਦੀ ਕੋਈ ਜ਼ਰੂਰਤ ਨਹੀਂ ਬਿਕਾਜ਼ ਇਹਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਇਦਾਂ ਦੀ ਹੈ ਜਿਹੜੀ ਯੂਜ਼ਲੈਸ ਇਨਫੋਰਮੇਸ਼ਨ ਹੈ ਜਾਂ ਫਿਰ ਕਈ ਵਾਰ ਉਹ ਬਹੁਤ ਹਾਈ ਵੋਕੈਬ ਦਾ ਵਰਡ ਪਾ ਦਿੰਦੇ ਨੇ ਕਿ ਸਟੂਡੈਂਟ ਉੱਥੇ ਹੀ ਉਲਝ ਕੇ ਰਹਿ ਜੇ ਉਹਨੂੰ ਮਤਲਬ ਸਮਝ ਨਾ ਆ ਜੇ ਉਹ ਇੱਕ ਤਰ੍ਹਾਂ ਦਾ ਟਰੈਪ ਹੁੰਦਾ ਤੁਹਾਡਾ ਟਾਈਮ ਵੇਸਟ ਕਰਨ ਦੇ ਲਈ ਤੁਹਾਨੂੰ ਨਰਵਸ ਕਰਨ ਦੇ ਲਈ ਠੀਕ ਹੈ ਤਾਂ ਇਸ ਤਰ੍ਹਾਂ ਦੇ ਟਰੈਪ ਦੇ ਵਿੱਚ ਤੁਸੀਂ ਬਿਲਕੁਲ ਵੀ ਨਹੀਂ ਆਉਣਾ ਆਪਣਾ ਕੌਨਫੀਡੈਂਟਲੀ ਤੁਸੀਂ ਰੀਡਿੰਗ ਨੂੰ ਪਰਫਾਰਮ ਕਰਕੇ ਆਉਣਾ ਹੈ ਸੋ ਦੇਖੋ ਪਹਿਲਾਂ ਆਪਾਂ A ਵਾਲਾ ਪੈਸੇਜ ਪੜ੍ਹਦੇ ਹਾਂ ਆਪਾਂ ਫਟਾਫਟ ਇਸ ਨੂੰ ਸਕਿਮ ਐਂਡ ਸਕੈਨ ਕਰਾਂਗੇ ਓਕੇ Organization is big business, whether it is of our lives, all those in boxes and calendars, or how companies are structured. A multi-billion dollar industry helps to meet this need. ਫਸਟ ਵਾਲੇ ਪੈਰਾਗ੍ਰਾਫਸ ਦੇ ਵਿੱਚ ਸਿਰਫ ਇਹ ਦੱਸਿਆ ਹੋਇਆ ਕੋਈ ਆਰਗੇਨਾਈਜੇਸ਼ਨ ਇੱਕ ਬਿਜ਼ਨਸ ਹੈ ਚਾਹੇ ਉਹ ਸਾਡੀਆਂ ਡੇਲੀ ਦੀਆਂ ਲਾਈਵਸ ਹੀ ਨੇ ਸਾਡੀ ਜ਼ਿੰਦਗੀ ਵੀ ਹੀ ਕਿਉਂ ਨਾ ਹੈ ਹਨਾ ਉਹਦੇ ਵਿੱਚ ਹਰ ਇੱਕ ਚੀਜ਼ ਸਟਰਕਚਰਡ ਵੇ ਦੇ ਵਿੱਚ ਹੈ ਜਿਵੇਂ ਕੰਪਨੀਆਂ ਦੇ ਵਿੱਚ ਹੁੰਦੀ ਹੈ ਓਕੇ ਵੀ ਹੈਵ ਮੋਰ ਸਟ੍ਰੈਟੇਜੀਜ਼ ਫॉर ਟਾਈਮ ਮੈਨੇਜਮੈਂਟ ਪ੍ਰੋਜੈਕਟ ਮੈਨੇਜਮੈਂਟ ਐਂਡ ਸੈਲਫ ਆਰਗੇਨਾਈਜੇਸ਼ਨ ਦੈਨ ਐਟ any other time in human history ਹੁਣ ਮਤਲਬ ਹਿਊਮਨ ਹਿਸਟਰੀ ਆਪਾਂ ਪਿੱਛੇ ਦੀ ਗੱਲ ਕਰੀਏ ਪਾਸਟ ਦੀ ਗੱਲ ਕਰੀਏ ਤਾਂ ਹੁਣ ਸਾਡੇ ਕੋਲ ਬਹੁਤ ਜ਼ਿਆਦਾ ਸਟ੍ਰੈਟੇਜੀਜ਼ ਹੁੰਦੀਆਂ ਨੇ ਟਿਪਸ ਐਂਡ ਟੈਕਨੀਕਸ ਹੁੰਦੀਆਂ ਨੇ ਟਾਈਮ ਮੈਨੇਜਮੈਂਟ ਦੇ ਲਈ ਪ੍ਰੋਜੈਕਟ ਮੈਨੇਜਮੈਂਟ ਦੇ ਲਈ ਠੀਕ ਹੈ ਵੀ ਆਰ ਟੋਲਡ ਦੈਟ ਵੀ ਓ ਟੂ ਆਰਗੇਨਾਈਜ਼ ਸਾਨੂੰ ਹਮੇਸ਼ਾ ਦੱਸਿਆ ਜਾਂਦਾ ਹੈ ਮਤਲਬ ਸਾਨੂੰ ਦੱਸਿਆ ਜਾਂਦਾ ਹੈ ਸਾਡੇ ਤੋਂ ਕੋਈ ਚਾਹੁੰਦਾ ਹੈ ਕਿ ਸਾਨੂੰ ਆਰਗੇਨਾਈਜ਼ ਕਰਨਾ ਚਾਹੀਦਾ ਸਾਡੀ ਕੰਪਨੀ ਨੂੰ ਆਰ ਹੋਮ ਲਾਈਫ ਚਾਹੇ ਸਾਡੀ ਘਰ ਦੀ ਜ਼ਿੰਦਗੀ ਹੈ ਚਾਹੇ ਸਾਡੀ ਵੀਕ ਰੂਟੀਨ ਹੈ ਚਾਹੇ ਸਾਡਾ ਦਿਨ ਦਾ ਰੂਟੀਨ ਹੈ ਐਂਡ 7 आर स्लीप चाहे साडी स्लीप ही क्यों ना है ऑल एज अ मीन्स टू बिकमिंग मोर प्रोडक्टिव ताकि सारा कुछ की हो सके प्रोडक्टिव बन सके मीनस आउटपुट किसी दी इंक्रीज हो सके ਤਾਂ ਇਹ ਸਾਰਾ ਕੁਝ ਸਾਨੂੰ ਦੱਸਿਆ ਜਾਂਦਾ ਸਾਡੇ ਤੋਂ ਇੱਕ ਤਰ੍ਹਾਂ ਨਾਲ ਐਕਸਪੈਕਟ ਕੀਤਾ ਜਾਂਦਾ ਹੈ ਐਵਰੀ ਵੀਕ countless seminars and workshops take place around the world मतलब हर हफ्ते की ਹੁੰਦੇ ਨੇ ਬਹੁਤ ਜ਼ਿਆਦਾ countless seminars organize ਕੀਤੇ ਜਾਂਦੇ ਨੇ workshops organize ਕੀਤੀਆਂ ਜਾਂਦੀਆਂ ਨੇ ਕਿਸ ਕਰਕੇ world to tell a paying public that ਸਿਰਫ ਪਬਲਿਕ ਨੂੰ ਇਹ ਦੱਸਣ ਲਈ ਟੈਲ ਕਰਨ ਦੇ ਲਈ that they ought to structure their lives in order to achieve this ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਆਪਣੀ ਲਾਈਫ ਨੂੰ ਸਟਰਕਚਰ ਕਰਨਾ ਚਾਹੀਦਾ ਹੈ ਬਣਾਉਣਾ ਚਾਹੀਦਾ ਹੈ ਕਿ ਉਹ ਇਹ ਸਾਰਾ ਕੁਝ ਅਚੀਵ ਕਰ ਸਕਣ ਮੀਨਸ ਪ੍ਰੋਡਕਟਿਵਿਟੀ ਅਚੀਵ ਕਰ ਸਕਣ ought to means should ਮਤਲਬ ਉਹਨਾਂ ਨੂੰ ਕਿਵੇਂ ਚਾਹੀਦਾ ਦੇਖੋ ਪੈਰਾਗ੍ਰਾਫਸ ਦੇ ਵਿੱਚ ਜਿਹੜੇ ਵੀ ਮੋਡਲਸ ਹੁੰਦੇ ਨੇ ਨਾ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਟਿਪ 3 ਇਹੀ ਹੈ ਉਹਨਾਂ ਦਾ ਪ੍ਰੋਪਰ ਧਿਆਨ ਦਿਆ ਕਰੋ This rhetoric has also crept into the thinking of business leaders and entrepreneurs, much to the delight of self-proclaimed perfectionists with the need of to get everything right. The number of business schools and graduates has massively increased over this. Okay, ਇਹ ਵਾਲੇ ਪੈਰਾਗ੍ਰਾਫ ਦੇ ਵਿੱਚ ਵੀ ਇਹ ਦੱਸਿਆ ਹੋਇਆ ਇਹ ਵਾਲੀ ਥਿੰਕਿੰਗ ਹੈ ਜਿਹੜੀ ਉਹ ਚਾਹੇ ਬਿਜ਼ਨਸ ਲੀਡਰਸ ਨੇ ਚਾਹੇ ਕੋਈ ਐਂਟਰਪ੍ਰੀਨਿਓਰਸ ਨੇ ਮੀਨਸ ਜਿਨ੍ਹਾਂ ਦਾ ਆਪਣਾ ਬਿਜ਼ਨਸ ਹੈ ਉਹ ਵੀ ਫੋਲੋ ਕਰ ਰਹੇ ਨੇ ਠੀਕ ਹੈ ਸੋ ਅਗਰ ਅਸੀਂ ਪਾਸ ਦੇ ਨਾਲ ਕੰਪੈਰੀਜ਼ਨ ਕਰੀਏ ਅੱਜ ਕੱਲ ਬਿਜ਼ਨਸ ਸਕੂਲਸ ਜਾਂ ਗ੍ਰੈਜੂਏਟਸ ਵਗੈਰਾ ਨੇ ਜਿਹੜੇ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋ ਰਹੇ ਨੇ ਪਹਿਲਾਂ ਦੀ ਬਜਾਏ ਤੇ ਉਹ ਕੀ ਕਰ ਰਹੇ ਨੇ ਟੀਚਿੰਗ ਪੀਪਲ ਹਾਊ ਟੂ ਆਰਗੇਨਾਈਜ਼ ਵੈਲ ਉਹ ਸਾਰੇ ਸਿਰਫ ਲੋਕਾਂ ਨੂੰ ਇਹੀ ਦੱਸ ਰਹੇ ਨੇ ਕਿ ਤੁਸੀਂ ਆਪਣਾ ਆਰਗੇਨਾਈਜ਼ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਕਰ ਸਕੋ ਕਲੀਅਰ ਫਸਟ ਵਾਲਾ ਪੈਰਾਗ੍ਰਾਫ ਆਪਾਂ ਨੂੰ ਸਮਝ ਆ ਗਿਆ ਮੀਨ ਸਾਨੂੰ ਲੋਕ ਦੱਸ ਰਹੇ ਨੇ ਤੁਸੀਂ ਪ੍ਰੋਡਕਟਿਵ ਕਿਵੇਂ ਬਣ ਸਕਦੇ ਹੋ ਚਾਹੇ ਤੁਹਾਡਾ ਵਰਕ ਹੈ ਚਾਹੇ ਤੁਹਾਡੀ ਜ਼ਿੰਦਗੀ ਹੈ ਚਾਹੇ ਤੁਹਾਡੀ ਡੇ ਰੂਟੀਨ ਹੈ ਚਾਹੇ ਤੁਹਾਡੀ ਵੀਕ ਰੂਟੀਨ ਹੈ ਓਕੇ Now we'll have a look on the options. देखो options ਨੂੰ one by one skim and scan ਕਰਾਂਗੇ ਠੀਕ ਹੈ
कंप्लेंट्स अबाउट द इंपैक्ट ऑफ अ सर्टन अप्रोच, किसी अप्रोच दियां कंप्लेंट्स की कोई भी गल नहीं हुई। ओके, फंडामेंटल बिलीव्स दैट आर इन फैक्ट इनकरेक्ट, कोई बिलीव्स मतलब पहला ये सोचा जाता सी जां हुण ये सोचा जाता है कोई अप्रोच है ना जिहड़ी इनकरेक्ट हुई होवे, इसदी भी कोई गल नहीं हुई। अर्ली रिकमेंडेशंस कंसर्निंग बिजनेस एक्टिविटीज, अर्ली रिकमेंडेशंस बहुत पहला दी कोई रिकमेंडेशंस कोई सजेशंस सानू सलाह दित्ती होवे कि तुसीं इस तरह काम करो, ये भी नहीं, उन्होंने तो सिर्फ दस्सिया, कोई सलाह नहीं दित्ती। ऑर्गेनाइजेशंस दैट पुट अ न्यू अप्रोच इनटू प्रैक्टिस, वो ऑर्गेनाइजेशन जिहड़ियां पुट करदियां ने एक नवी अप्रोच प्रैक्टिस दे विच जिहड़ियां लैके आउंदियां ने। ओके, what people are increasingly expected to do, yes it could be the answer, क्योंकि उन्होंने किया what people are increasingly, लोकां तो बहुत ज्यादा की एक्सपैक्ट किया जाता है कि वो की करन, उन्होंने किया ना सानू दसिया जा रहा है, सैमीनार्स हैल्ड किए जा रहे हैं है ना, सारा कुछ वर्कशॉप्स हो रही ने, तो सानू ये लग रहा है कि आंसर हो सकता है, तो असं इनू हल्का जिहा हाईलाइट भी कर सकते हैं कि इट कुड बी द आंसर अगर सानू लगती है चीज तां। ठीक है, नेक्स्ट, हाउ टू अचीव आउटकम्स दैट आर करंटली इंपॉसिबल, इदी भी कोई गल नहीं हुई। नीदर अप्रोच गारंटीज कॉन्टीन्यूअस इंप्रूवमेंट, ये कोई भी अप्रोच के नाल लगातार इंप्रूवमेंट नहीं हुंदी, इहदी भी कोई गल नहीं हुई। एविडेंस दैट अ सर्टेन अप्रोच कैन हैव मोर डिसएडवांटेजेस दैट एडवांटेजेस, इदां भी कोई गल नहीं हुई कि किसी मतलब अप्रोच तो ज्यादा डिसएडवांटेजेस होने बजाय के एडवांटेजेस, तो सानू आंसर किहड़ा लग रहा, दिस इज द आंसर 6, जिहदे विच की है what people are increasingly expected to do। हुण फटाफट आपां दोबारा देखांगे कि ये आंसर सानू कित्थों मिलिया, सिर्फ मैं तुहानू समझाउण दे लई दस रही कि आंसर सानू कित्थों मिलिया। आंसर की है, लोकां तो की मन्निया जा रहा है, की एक्सपैक्ट किया जा रहा है भी वो की करन। ठीक है ना, ओके। सो जिहड़ा आंसर है वो आपां नू किस तो मिलिया है, ਇਹਦੇ ਵਿੱਚ ਦੇਖੋ ਸਾਨੂੰ ਦੱਸਿਆ ਗਿਆ ਸੀ ਨਾ ਵੀ ਆਰ ਟੋਲਡ, ਸਾਨੂੰ ਦੱਸਿਆ ਜਾ ਰਿਹਾ ਹੈ ਵੀ ਆਰ ਟੋਲਡ है ना that we ought to organize company, इदां दी चीज़ां जिहड़ियां करनियां चाहिदियां ने, या होम लाइफ नूं इदां करो, एवरी वीक इदां करो, डे बाय डे इदां करो, है ना, बहुत ज़्यादा वर्कशॉप्स एंड सैमीनार्स उस चीज़ ते कंडक्ट किए जा रहे हैं। आई होप इट इज क्लियर। ओके, मूविंग टू द बी। ironically, however, ironically ना एक नेगेटिव वर्ड हुंदा है, however the number of business that fail has also steadily increased। okay, ਇਹਨਾਂ ਨੇ ਕਿਹਾ ਆਇਰੋਨਿਕਲੀ ਜਿਹੜੇ ਬਿਜ਼ਨੈਸਸ ਫੇਲ ਹੋ ਗਏ ਸੀ ਨਾ, ਉਹ ਵੀ ਹੌਲੀ ਹੌਲੀ ਸਟੈਡਲੀ ਕੀ ਹੋ ਰਹੇ ਨੇ, ਇਨਕਰੀਜ਼ ਹੋ ਰਹੇ ਨੇ, ਮਤਲਬ ਪ੍ਰੋਗਰੈਸ ਦੇ ਵਿੱਚ ਆ ਰਹੇ ਨੇ। ਓਕੇ, ਵਰਕ ਰਿਲੇਟਿਡ ਸਟ੍ਰੈਸ ਹੈਜ਼ ਇਨਕਰੀਜ਼ਡ, ਉਹਦੇ ਨਾਲ ਜਿਹੜਾ ਵਰਕ ਰਿਲੇਟਿਡ ਸਟ੍ਰੈਸ ਹੈ, ਕੰਮ ਦੇ ਨਾਲ ਜਿਹੜਾ ਸਟ੍ਰੈਸ ਹੁੰਦਾ ਉਹ ਵੀ ਇਨਕਰੀਜ਼ ਹੋ ਗਿਆ। ਆਬਵੀਅਸਲੀ ਜ਼ਿਆਦਾ ਕੰਮ ਹੋਏਗਾ, ਜ਼ਿਆਦਾ ਸਟ੍ਰੈਸ ਹੋਏਗਾ। A large proportion of workers from all demographics claim to be dissatisfied with the way the work is structured। okay, बहुत ज़्यादा वर्कर्स ने जेडे एम्प्लॉयज ने वो की कर रहे ने, वो ना डिससैटिस्फैक्शन शो कर रहे ने, मतलब वो खुश नहीं हैगे, सैटिस्फाइड नहीं हैगे ਉਹ ਵਾਲੇ अपने काम ਦੀ अप्रोच तो, अपने काम ਦੇ स्ट्रक्चर तो ਜਿਹੜਾ ਉਹਨਾਂ ਨੂੰ मतलब दसिया जाता है, जिहदे थ्रू वो काम करते हैं, मतलब अपनी रूटीन्स तो। दिस बैक्स द क्वेश्चन, तो इत्थों एक क्वेश्चन अराइज होंदा, व्हाट हैज गॉन रॉन्ग, मतलब गलत की होया, कित्थे गलती हुई। Why is it that on paper the drive for organization seems a sure shot for increasing productivity? मतलब सिर्फ पेपर ते ही ये चीज़ां ਜਿਹੜੀਆਂ ਨੇ ਉਹ पेपर ते ही ਵਧੀਆ ਲੱਗਦੀਆਂ ਨੇ, ਜਾਂ ਫਿਰ ਉਹ ਪ੍ਰੋਡਕਟਿਵਿਟੀ ਨੂੰ ਵੀ ਵਧਾਉਣ ਦੇ ਵਿੱਚ ਕੰਮ ਕਰਨਗੀਆਂ ਜਾਂ ਨਹੀਂ, but in reality falls well short of what is expected। but reality ਦੇ ਵਿੱਚ ਤਾਂ ਕੁਝ ਹੋ ਰਹੀ ਹੈ, reality ਦੇ ਵਿੱਚ ਕੀ ਹੈ, ਉਦਾਂ ਦਾ ਕੁਝ ਵੀ ਨਹੀਂ ਹੋ ਰਿਹਾ। ਤਾਂ ਇਹਦੇ ਵਿੱਚ sort of ਆਪਾਂ ਜੇ ਤੁਸੀਂ recall ਕਰੋ, ਜਿਹੜੇ ਆਪਾਂ ऑप्शंस देखे सी, ਉਹਦੇ ਵਿੱਚ ਨਾ ਇੱਕ ਕੰਪਲੇਂਟਸ ਵਾਲਾ ਸੀ, ਤਾਂ ਮੈਨੂੰ ਇਹ ਪੜ੍ਹ ਕੇ ਸਾਰੇ ਦੇ ਵਿੱਚ ਮੈਨੂੰ ਕੀ ਲੱਗਿਆ ਕਿ ਕੰਪਲੇਂਟਸ ਦੀ ਗੱਲ ਹੋਈ ਜਾ ਰਹੀ ਹੈ, ਹਨਾ। ਹੋ ਸਕਦਾ ਹੈ ਇਸ ਦਾ ਆਨਸਰ ਕੰਪਲੇਂਟਸ ਵਾਲਾ ਹੀ ਹੋਵੇ। ਓਕੇ, ਆਪਾਂ ਕੰਪਲੇਂਟਸ ਵਾਲਾ ਫਰਸਟ ਹੀ ਪਿਆ, ਕੰਪਲੇਂਟਸ ਅਬਾਊਟ ਦਾ ਇੰਪੈਕਟ ਆਫ ਅ ਸਰਟਨ ਅਪਰੋਚ, ਕਿਸੇ ਅਪਰੋਚ ਕਰਕੇ ਬਹੁਤ ਜ਼ਿਆਦਾ ਕੰਪਲੇਂਟਸ ਆ ਰਹੀਆਂ ਨੇ, ਆਪਾਂ ਇਹਨੂੰ ਸਾਈਡ ਤੇ ਰੱਖਾਂਗੇ, ਬਾਕੀ ਫਟਾਫਟ ਇੱਕ ਵਾਰ ਪੜ੍ਹ ਲਾਂਗੇ। ਫੰਡਾਮੈਂਟਲ ਬਿਲੀਫਸ ਦੀ ਕੋਈ ਗੱਲ ਨਹੀਂ ਹੋਈ, ਕੋਈ अर्ली रिकमेंडेशंस ਦੀ ਨਹੀਂ ਹੋਈ। ਆਰਗੇਨਾਈਜੇਸ਼ਨ ਦੈਟ ਪੁੱਟ ਅ ਨਿਊ ਅਪਰੋਚ ਇਨਟੂ ਪ੍ਰੈਕਟਿਸ, नो। ਕੰਪਨੀਜ਼ ਦੈਟ ਹੈਵ ਸਫਰਡ ਫਰਮ ਚੇਂजिंग देयर, ਉਹ ਕੰਪਨੀਜ਼ ਜਿਨ੍ਹਾਂ ਨੇ ਸਫਰ ਕੀਤਾ, ਸਿਰਫ ਕੰਪਨੀਜ਼ ਹੀ ਸਫਰ ਨਹੀਂ ਕਰ ਰਹੀਆਂ, ਇੱਥੇ ਹੋਰ ਕੌਣ ਸਫਰ ਕਰ ਰਿਹਾ, ਇੱਥੇ ਤਾਂ EMPLOYEES ਵੀ ਸਫਰ ਕਰ ਰਹੇ ਨੇ, ਹਨਾ। ਸੋ ਇਹ ਵੀ ਹੋ ਸਕਦਾ ਹੈ, ਬਟ ਜ਼ਿਆਦਾਤਰ ਕੰਪਲੇਂਟਸ ਦੀ ਗੱਲ ਹੋਈ ਹੈ, ਤਾਂ ਕੰਪਨੀ ਦੇ ਸਫਰ ਦੀ ਨਹੀਂ ਹੋਈ। ਹਾਊ ਟੂ ਅਚੀਵ ਆਊਟਕਮਸ, ਇਹ ਵੀ ਨਹੀਂ ਗੱਲ ਹੋਈ। ਨੀਦਰ ਅਪਰੋਚ ਗਾਰੰਟੀ ਕੰਟੀਨਿਊਸ ਇੰਪਰੂਵਮੈਂਟ, नो। ਲਾਸਟ ਵਾਲਾ डिसएडवांटेजेस एडवांटेजेस ਦੀ ਵੀ ਗੱਲ ਨਹੀਂ ਹੋਈ। ਸੋ ਸੈਕਸ਼ਨ ਬੀ ਦਾ ਆਨਸਰ ਕੀ ਹੋ ਸਕਦਾ ਹੈ, ਇਟ ਵੁੱਡ ਬੀ ਫर्स्ट है ना,
ਫਸਟ ਕੀ ਹੈ ਕੰਪਲੇਂਟਸ ਅਬਾਊਟ ਦਾ ਇੰਪੈਕਟ ਆਫ ਅ ਸਰਟਨ ਅਪਰੋਚ, ਮਤਲਬ ਇੱਕ ਅਪਰੋਚ ਉਹਨਾਂ ਨੇ ਅਪਣਾਈ ਤੇ ਉਹਦੇ ਕਰਕੇ ਕੀ ਹੋਇਆ ਬਹੁਤ ਜ਼ਿਆਦਾ ਲੋਕਾਂ ਨੂੰ ਡਿਸਸੈਟਿਸਫੈਕਸ਼ਨ ਹੋਈ। ਜਿਹੜੇ EMPLOYEES ਨੇ ਨਾ ਉਹ ਡਿਸਸੈਟਿਸਫਾਈਡ ਨੇ, ਉਹਨਾਂ ਨੂੰ ਨਹੀਂ ਸਮਝ ਆ ਰਿਹਾ ਕਿ ਅਸੀਂ ਕਿਸ ਤਰ੍ਹਾਂ ਕਰੀਏ, ਹਨਾ। ਐਂਡ ਉਹ ਜਿਹੜੀ ਅਪਰੋਚ ਉਹਨਾਂ ਨੇ ਅਪਣਾਈ ਸੀ ਉਹਦੇ ਕਰਕੇ ਜਿਹੜੇ ਬਿਜ਼ਨਸ ਵੀ ਨੇ ਨਾ ਉਹ ਕੀ ਕਰ ਰਹੇ ਨੇ, ਫੇਲ ਹੋ ਰਹੇ ਨੇ, ਹਨਾ। ਓਕੇ, ਵਰਕ ਰਿਲੇਟਡ ਸਟ੍ਰੈਸ ਵੀ ਇਨਕਰੀਜ਼ ਹੋ ਰਿਹਾ। ਦਿਸ ਉਹਨਾਂ ਨੇ ਅਪਰੋਚ ਅਪਣਾਈ ਉਹਦੇ ਕਰਕੇ ਕੀ ਹੋ ਰਿਹਾ, ਕੰਪਲੇਂਟਸ ਆ ਰਹੀਆਂ ਨੇ। ਫਾਈਨ, ਸੋ ਆਈ ਹੋਪ ਇਟ ਇਜ਼ ਕਲੀਅਰ। ਨੈਕਸਟ ਸੀ ਬਹੁਤ ਛੋਟਾ ਜਿਹਾ, ਫਟਾਫਟ ਦੇਖਦੇ ਹਾਂ। This has been a problem for a while now, ਮਤਲਬ ਇਹ ਹੁਣ ਥੋੜੇ ਟਾਈਮ ਤੋਂ, while now ਹੁੰਦਾ ਥੋੜੇ ਟਾਈਮ ਤੋਂ, ਹਨਾ। ਥੋੜੇ ਟਾਈਮ ਤੋਂ ਇਹ ਇੱਕ ਪ੍ਰੋਬਲਮ ਹੈ ਜਿਹਨੂੰ ਲੋਕ ਫੇਸ ਕਰ ਰਹੇ ਨੇ। ਓਕੇ, ਫਰੈਡਰਿਕ ਟੇਲਰ ਵਾਸ ਵਨ ਆਫ ਦ ਫੋਰ ਫਾਦਰਸ ਆਫ ਸਾਇੰਟਿਫਿਕ ਮੈਨੇਜਮੈਂਟ। ਜਿਹੜੇ ਸਾਇੰਟਿਫਿਕ ਮੈਨੇਜਮੈਂਟ ਦਾ ਕਨਸੈਪਟ ਲੈ ਕੇ ਆਇਆ ਨਾ ਉਹ ਇਹ ਵਾਲਾ ਪਰਸਨ ਫਰੈਡਰਿਕ ਟੇਲਰ ਲੈ ਕੇ ਆਇਆ ਸੀ। ਰਾਈਟਿੰਗ ਇਨ ਦ ਫਸਟ ਹਾਫ ਆਫ ਦ 20th ਸੈਂਚੁਰੀ, ਕਦੋਂ ਲਿਖਿਆ ਸੀ ਉਹਨੇ, ਫਸਟ ਹਾਫ ਆਫ 20th ਸੈਂਚੁਰੀ, ਮਤਲਬ ਇੰਨਾ ਟਾਈਮ ਪਹਿਲਾਂ ਲਿਖਿਆ ਸੀ। ਹੀ ਡਿਜ਼ਾਈਨਡ ਅ ਨੰਬਰ ਆਫ ਪ੍ਰਿੰਸੀਪਲਸ, ਉਹਨੇ ਬਹੁਤ ਜ਼ਿਆਦਾ ਸਿਧਾਂਤ, ਇਹ ਵਾਲਾ ਪ੍ਰਿੰਸੀਪਲ ਕਿਹੜਾ, ਸਿਧਾਂਤ, ਬਹੁਤ ਜ਼ਿਆਦਾ ਸਿਧਾਂਤਾਂ ਨੂੰ ਬਣਾਇਆ, ਡਿਜ਼ਾਈਨ ਕੀਤੇ, ਕੀ ਕਰਨ ਦੇ ਲਈ, ਸਿਰਫ ਐਫੀਸ਼ੀਐਂਸੀ, ਕਿਸ ਚੀਜ਼ ਦੀ, ਵਰਕ ਪ੍ਰੋਸੈਸ ਦੀ ਐਫੀਸ਼ੀਐਂਸੀ, ਆਊਟਪੁੱਟ, ਪ੍ਰੋਡਕਟਿਵਿਟੀ ਇੰਪਰੂਵ ਕਰਨ ਦੇ ਲਈ। which have since become widespread in modern companies, ਤਾਂ ਅੱਜ ਕੱਲ ਉਹ ਮਾਡਰਨ ਕੰਪਨੀਜ਼ ਦੇ ਵਿੱਚ ਕੀ ਹੋ ਗਈ ਹੈ, ਬਹੁਤ ਜ਼ਿਆਦਾ ਵੱਧ ਗਈ ਹੈ, ਮਤਲਬ ਲੋਕ ਉਹਨੂੰ ਫਾਲੋ ਕਰ ਰਹੇ ਨੇ। ਸੋ ਦ ਅਪਰੋਚ ਹੈਜ਼ ਬੀਨ ਅਰਾਊਂਡ ਫॉर ਅ ਵਾਈਲ, ਤਾਂ ਇਹ ਵਾਲੀ ਅਪਰੋਚ ਕੀ ਹੈ, ਥੋੜੇ ਟਾਈਮ ਤੋਂ ਲੋਕ ਬਹੁਤ ਜ਼ਿਆਦਾ ਇਹਨੂੰ ਕੀ ਕਰ ਰਹੇ ਨੇ, ਇਸ ਦੇ ਉੱਪਰ ਵਰਕ ਕਰ ਰਹੇ ਨੇ, ਇਹਨੂੰ ਯੂਜ਼ ਕਰ ਰਹੇ ਨੇ, ਠੀਕ ਹੈ। ਸੋ ਕੋਈ ਪਰਸਨ, ਕੋਈ ਸਾਇੰਟਿਸਟ ਲਗਾ ਲਓ, ਉਹਦੀ ਗੱਲ ਕੀਤੀ ਗਈ ਹੈ, ਉਹ ਕੀ ਬਹੁਤ ਟਾਈਮ ਪਹਿਲਾਂ ਇੱਕ ਅਪਰੋਚ ਲੈ ਕੇ ਆਇਆ ਸੀ ਜਿਹਦੇ ਉੱਪਰ ਲੋਕ ਬਹੁਤ ਕੰਮ ਕਰ ਰਹੇ ਨੇ, ਮੀਨਸ ਕੰਪਨੀਜ਼ ਜਿਹਦੇ ਬੇਸਿਸ ਤੇ ਹੁਣ ਕੰਮ ਕਰ ਰਹੀਆਂ ਨੇ। ਓਕੇ, ਸੋ ਸੈਕਸ਼ਨ ਸੀ ਦਾ ਆਂਸਰ ਕੀ ਹੋ ਸਕਦਾ ਹੈ, ਫੰਡਾਮੈਂਟਲ ਬਿਲੀਫਸ ਨਹੀਂ ਹੋਗੇ। अर्ली रिकमेंडेशंस कंसर्निंग बिजनेस एक्टिविटीज, यस इट इज द आंसर, क्योंकि अर्ली रिकमेंडेशंस मतलब ਪਹਿਲਾਂ ਦੀਆਂ ਪੁਰਾਣੀਆਂ ਰਿਕਮੈਂਡੇਸ਼ਨ ਜਿਹੜੀਆਂ ਹੋਣੀਆਂ ਨੇ ਫਸਟ ਹਾਫ ਆਫ 20th ਸੈਂਚੁਰੀ ਦੇ ਵਿੱਚ ਦਿੱਤੀਆਂ ਸੀ ਉਹਨਾਂ ਨੂੰ ਹੁਣ ਅਪਣਾਇਆ ਜਾ ਰਿਹਾ, ਠੀਕ ਹੈ। ਬਾਕੀ ਆਰਗੇਨਾਈਜੇਸ਼ਨ ਡੈਟ ਪੁੱਟ ਅ ਨਿਊ ਅਪਰੋਚ, ਇਹ ਨਹੀਂ ਹੈ ਕੰਪਨੀ ਸਫਰ, ਨੋ ਸਫਰ ਦੀ ਤਾਂ ਕੋਈ ਗੱਲ ਨਹੀਂ ਹੋਈ, ਉੱਥੇ ਤਾਂ ਪੋਜ਼ਿਟਿਵਿਟੀ ਦੀ ਗੱਲ ਹੋਈ ਹੈ ਨਾ। ਇੰਪੋਸੀਬਲ ਵੀ ਨੈਗੇਟਿਵ ਆ ਗਿਆ, नो, ठीक है, क्लियर। ओके, सो ਸਿੱਧਾ ਉੱਥੇ ਆਨਸਰ ਕਿੱਥੇ ਪਿਆ ਸੀ ਆਪਣਾ, अर्ली ਰਿਕਮੈਂਡੇਸ਼ਨਸ ਤੇ ਆਪਣਾ ਆਨਸਰ ਪਿਆ ਸੀ। ਹੇਅਰ ਇਟ ਇਜ਼, where is the early recommendations, ਰਾਈਟਿੰਗ ਇਨ ਦਾ ਫਸਟ ਹਾਫ ਆਫ ਦਾ ਸੈਂਚੁਰੀ, ਤੇ ਉਹਨੇ ਕੀਤੀਆਂ ਤੇ ਉਹਨੇ ਇੱਥੇ ਜਾ ਕੇ ਆਪਾਂ ਨੂੰ ਕੀ ਕੀਤੀਆਂ, ਰਿਕਮੈਂਡੇਸ਼ਨਸ ਦਿੱਤੀਆਂ। ਫਾਈਨ, ਓਕੇ, next is D. Okay, D ਦੇ ਵਿੱਚ ਹੁਣ ਕੀ ਆਇਆ, new research suggests that this obsession with efficiency is misguided. ਇੱਕ ਨਵੀਂ ਰਿਸਰਚ ਹੋਈ, ਮਤਲਬ ਹੁਣ ਤੱਕ ਇੱਕ ਅਪਰੋਚ ਚੱਲ ਰਹੀ ਸੀ, ਹੁਣ ਉਹਦੇ ਵਿੱਚ ਇੱਕ ਕੰਟਰਾਡਿਕਸ਼ਨ ਆਈ, ਇੱਕ ਆਪੋਜ਼ਿਟ ਵਿਊ ਆਇਆ ਕਿ ਇੱਕ ਨਵੀਂ ਰਿਸਰਚ ਹੋਈ, ਉਹਨੇ ਇਹ ਸੁਜੈਸਟ ਕੀਤਾ ਕਿ ਇਹ ਜਿਹੜਾ obsession ਹੈ ਲੋਕਾਂ ਨੂੰ, ਹਨਾ, ਇਹ ਜਿਹੜਾ ਵੀ ਮਤਲਬ ਲੋਕ ਜਿਹੜੀ ਚੀਜ਼ ਨੂੰ ਅਪਣਾਈ ਜਾ ਰਹੇ ਨੇ ਉਹਨੇ ਲੋਕਾਂ ਨੂੰ ਮਿਸਗਾਈਡ ਕੀਤਾ ਐਫੀਸ਼ੀਐਂਸੀ ਦੇ ਨਾਲ। ਓਕੇ, ਦ ਪ੍ਰੋਬਲਮ ਇਜ਼ ਨਾਟ ਨੈਸੈਸਰੀਲੀ ਦ ਮੈਨੇਜਮੈਂਟ ਥਿਓਰੀਜ਼ ਔਰ ਸਟ੍ਰੈਟੇਜੀਜ਼, ਉਹ ਕਹਿੰਦੇ ਪ੍ਰੋਬਲਮ ਸਿਰਫ ਉਹਦੀਆਂ ਮੈਨੇਜਮੈਂਟ ਦੀਆਂ ਥਿਓਰੀਜ਼, ਸਟ੍ਰੈਟੇਜੀਜ਼ ਹੀ ਨਹੀਂ ਹਨ। ਵੀ ਯੂਜ਼ ਟੂ ਆਰਗੇਨਾਈਜ਼ ਆ ਵਰਕ, ਇਟਸ ਦ ਬੇਸਿਕ ਅਜ਼ੰਪਸ਼ਨਸ ਵੀ ਹੋਲਡ ਇਨ ਅਪਰੋਚਿੰਗ ਹਾਊ ਵੀ ਵਰਕ। ਪਰ ਜਿਹੜੀ ਪ੍ਰੋਬਲਮ ਹੈ ਉਹ ਕੀ ਹੈ, ਉਹ ਸਿਰਫ ਬੇਸਿਕ ਅਜ਼ੰਪਸ਼ਨਸ ਦੇ ਵਿੱਚ ਹੈ। ਬੇਸਿਕ ਅਜ਼ੰਪਸ਼ਨਸ ਮਤਲਬ ਜਿਹੜੀਆਂ ਆਪਾਂ ਆਪਣੇ ਮਨ ਦੇ ਵਿੱਚ ਸੋਚੀ ਬੈਠੇ ਹਾਂ, ਆਪਣੇ ਮਨ ਦੇ ਵਿੱਚ ਸੋਚੀ ਬੈਠੇ ਹਾਂ ਕਿ ਅਸੀਂ ਅਗਰ ਇਹ ਚੀਜ਼ ਕਰਾਂਗੇ ਤਾਂ ਸਾਡੀ ਐਫੀਸ਼ੀਐਂਸੀ ਹੋਏਗੀ, ਅਗਰ ਅਸੀਂ ਉੱਦਾਂ ਕਰਾਂਗੇ ਤਾਂ ਸਾਡੀ ਕੰਪਨੀ ਦੀ ਪ੍ਰੋਡਕਟਿਵਿਟੀ ਇਨਕਰੀਜ਼ ਹੋਏਗੀ। ਕਲੀਅਰ, ਓਕੇ। Here it's the assumption that order is a necessary condition for productivity. ਹੁਣ assumption ਸਭ ਤੋਂ ਪਹਿਲਾਂ ਲੋਕ ਕੀ ਮੰਨਦੇ ਨੇ, ਕੀ assume ਕਰ ਰਹੇ ਨੇ ਕਿ ਅਗਰ ਸਾਰਾ ਕੁਝ ਆਰਡਰ ਦੇ ਵਿੱਚ ਹੋਏਗਾ ਨਾ, ਇੱਥੇ ਲਿਖਿਆ ਹੋਇਆ ਆਰਡਰ ਦੇ ਵਿੱਚ ਹੋਏਗਾ ਤਾਂ ਹੀ ਪ੍ਰੋਡਕਟਿਵਿਟੀ ਹੋਏਗੀ, ਮਤਲਬ ਤਾਂ ਹੀ ਪ੍ਰੋਫਿਟਸ ਹੋਣਗੇ, ਰਿਜ਼ਲਟ ਵਧੀਆ ਆਉਣਗੇ। This assumption has also fostered the idea, ਇਹਦੇ ਨਾਲ ਇੱਕ ਹੋਰ ਆਈਡੀਆ ਵੀ ਅੱਗੇ ਸਾਹਮਣੇ ਆਇਆ, that disorder must be detrimental to organizational productivity. ਤਾਂ ਜਿਹੜਾ disorder ਹੈ ਨਾ ਉਹ ਕੀ ਇੱਕ detrimental ਹੈ, means harmful ਹੈ to organizational productivity ਦੇ ਲਈ। The result is that businesses and people spend time and money organizing themselves for the sake of organizing. ਤਾਂ ਇਹਦਾ end result, ਇਹਦਾ consequence, ਨਤੀਜਾ ਕੀ ਨਿਕਲਿਆ ਕਿ ਬਹੁਤ ਜ਼ਿਆਦਾ ਜਿਹੜੇ ਵੀ businesses ਨੇ, businessman ਨੇ, ਹਨਾ, ਜਾਂ ਫਿਰ ਲੋਕ ਨੇ, ਉਹ ਆਪਣਾ ਬਹੁਤ ਪੈਸਾ ਤੇ ਮਨੀ ਸਪੈਂਡ ਕਰ ਦਿੰਦੇ ਨੇ ਸਿਰਫ ਆਰਗੇਨਾਈਜ਼ ਕਰਨ ਦੇ ਲਈ ਕੰਮ ਨੂੰ, rather than actually looking at the end goal.
ਸਿਰਫ ਉਹ ਇਹ ਨਹੀਂ ਦੇਖਦੇ ਸਿਰਫ ਪੈਸਾ ਤੇ ਮਨੀ ਖਰਚ ਕਰ ਰਹੇ ਨੇ ਆਰਗੇਨਾਈਜ਼ ਕਰਨ ਨੂੰ ਇੱਕ ਸਟਰਕਚਰ ਦੇ ਵਿੱਚ, ਪਰ ਉਹ ਇਹ ਨਹੀਂ ਦੇਖ ਰਹੇ ਕਿ ਉਹਦਾ ਐਂਡ ਗੋਲ ਐਂਡ ਰਿਜ਼ਲਟ ਕੀ ਹੋਏਗਾ, ਜਾਂ ਫਿਰ ਉਹਨਾਂ ਦੀਆਂ ਜਿਹੜੀਆਂ ਐਫਰਟਸ ਨੇ ਉਹ ਯੂਜ਼ਫੁਲ ਹੈਗੀਆਂ ਵੀ ਨੇ ਜਾਂ ਨਹੀਂ ਹੈਗੀਆਂ। ਠੀਕ ਹੈ, ਤਾਂ ਇਹਦੇ ਵਿੱਚ ਸਾਨੂੰ ਕੀ ਦੱਸਿਆ ਗਿਆ, ਇੱਕ ਨਵੀਂ ਰਿਸਰਚ ਆਈ, ਉਹਨੇ ਇਹ ਦੱਸਿਆ ਕਿ ਜਿਹੜੀਆਂ ਪੁਰਾਣੀਆਂ ਚੀਜ਼ਾਂ ਸੀ ਉਹ ਸਾਨੂੰ ਕੀ ਕਰ ਰਹੀਆਂ ਨੇ, ਮਿਸਗਾਈਡ ਕਰ ਰਹੀਆਂ ਨੇ, ਹਨਾ। ਇੱਕ ਤਾਂ ਇਹ ਗੱਲ ਹੋ ਗਈ, ਉਹਨਾਂ ਨੇ ਕਿਹਾ ਨਾ ਦਿਸ ਆਬਸੈਸ਼ਨ ਵਿਦ ਐਫੀਸ਼ੀਐਂਸੀ ਇਜ਼ ਮਿਸਗਾਈਡਡ, ਉਹਨੇ ਸਾਨੂੰ ਮਿਸਗਾਈਡ ਕੀਤਾ। ਠੀਕ ਹੈ, ਓਕੇ। ਅੱਗੇ ਉਹਨਾਂ ਨੇ ਕੀ ਕਿਹਾ, ਉਸ ਤੋਂ ਬਾਅਦ ਉਹਨਾਂ ਨੇ ਸਿਰਫ ਇਹੀ ਗੱਲ ਕੀ ਹੈ ਕਿ ਕਿਵੇਂ ਮਤਲਬ ਲੋਕ ਇਹ ਨਹੀਂ ਸੋਚਦੇ ਕਿ ਸਾਨੂੰ ਕਿਸ ਚੀਜ਼ ਤੇ ਵਰਕ ਕਰਨਾ ਚਾਹੀਦਾ, ਉਹ ਸਿਰਫ ਆਰਗੇਨਾਈਜ਼ ਕਰਨ ਤੇ ਲੱਗੇ ਹੋਏ ਨੇ, ਉਸ ਚੀਜ਼ ਤੇ ਆਪਣਾ ਪੈਸਾ ਟਾਈਮ ਮਨੀ ਸਾਰਾ ਕੁਝ ਵੇਸਟ ਕਰ ਰਹੇ ਨੇ। ਫਾਈਨ, ਓਕੇ, ਸੋ ਹੈਵ ਅ ਲੁੱਕ ਔਨ ਦਾ ਆਪਸ਼ਨਸ। ਤਾਂ ਇੱਥੋਂ ਪੜ੍ਹ ਕੇ ਆਪਾਂ ਨੂੰ ਕੀ ਆਨਸਰ ਲੱਗਦਾ ਹੈ, ਇਸ ਦਾ ਕੀ ਆਨਸਰ ਹੋ ਸਕਦਾ ਹੈ? ਯੈਸ, ਇਟ ਕੁਡ ਬੀ ਦਾ ਸੈਕਿੰਡ ਸਿੱਧਾ ਉਹਨਾਂ ਨੇ ਕਿਹਾ ਨਾ ਕਿ ਇੱਕ ਫੰਡਾਮੈਂਟਲ ਬਿਲੀਫ ਹੈ ਡੈਟ ਆਰ ਇਨ ਫੈਕਟ ਇਨਕੋਰੈਕਟ। ਤਾਂ ਮਤਲਬ ਫੰਡਾਮੈਂਟਲ ਬਿਲੀਫ ਹੀ ਚੱਲ ਰਿਹਾ ਨਾ ਉਹਨਾਂ ਦਾ। ਬਿਲੀਫ ਕਿਸ ਤਰ੍ਹਾਂ ਦਾ ਕਿ ਅਗਰ ਅਸੀਂ ਆਰਗੇਨਾਈਜ਼ ਕਰਾਂਗੇ ਤਾਂ ਪ੍ਰੋਡਕਟਿਵਿਟੀ ਇਨਕਰੀਜ਼ ਹੋਏਗੀ, ਉਹ ਸਿਰਫ ਆਰਗੇਨਾਈਜ਼ ਕਰਨ ਤੇ ਆਪਣਾ ਪੈਸਾ ਤੇ ਮਨੀ ਵੇਸਟ ਕਰ ਰਹੇ ਨੇ rather than thinking of the end result, thinking of the consequences. Clear? Okay guys, so now ਤੁਹਾਡੇ ਲਈ ਹੋਮਵਰਕ ਵੀ ਹੈ। ਹੁਣ ਇਹ ਤਾਂ ਨਹੀਂ ਹੈ ਕਿ ਮੈਂ ਸਾਰੇ ਮੈਂ ਹੀ ਸੋਲਵ ਕਰੂੰਗੀ, ਹੈ ਨਾ, ਕੁਝ ਤੁਸੀਂ ਵੀ ਕਰੋਗੇ। ਸੋ ਹੋਮਵਰਕ ਇਜ਼ E and F ਤੁਸੀਂ ਸੋਲਵ ਕਰੋਗੇ। E and F ਦੇ ਆਨਸਰਸ ਤੁਸੀਂ ਸੋਲਵ ਕਰਕੇ ਜਿਸ ਤਰ੍ਹਾਂ ਮੈਂ ਤੁਹਾਨੂੰ ਸਮਝਾ ਰਹੀ ਹਾਂ ਉਸ ਵੇ ਦੇ ਨਾਲ, ਅਗਰ ਤੁਹਾਨੂੰ ਵਧੀਆ ਲੱਗ ਰਿਹਾ, ਸੋਲਵ ਹੋ ਰਹੇ ਵੀ ਨੇ, ਹੈ ਨਾ, ਤੁਹਾਡੇ ਸਮਝ ਆ ਰਹੇ ਨੇ, ਤਾਂ ਤੁਸੀਂ ਸੋਲਵ ਕਰਕੇ E ਤੇ F ਦਾ ਆਨਸਰ ਮੈਨੂੰ ਰਾਈਟ ਡਾਊਨ ਕਰੋਗੇ ਇਨ ਦਾ ਕਮੈਂਟ ਸੈਕਸ਼ਨ। ਓਕੇ, ਜੀ ਵਾਲਾ ਥੋੜਾ ਵੱਡਾ ਲੱਗ ਰਿਹਾ, ਆਪਾਂ ਇਸ ਨੂੰ ਦੇਖ ਲੈਂਦੇ ਹਾਂ, ਜੀ ਵਾਲੇ ਨੂੰ। In recent times, companies have slowly started to embrace this disorganization. Okay, ਤਾਂ ਲੋਕਾਂ ਨੇ ਹੌਲੀ ਹੌਲੀ ਇਹ ਜਿਹੜੀ ਡਿਸਆਰਗੇਨਾਈਜੇਸ਼ਨ ਸੀ ਨਾ, ਇਹਨੂੰ ਹੌਲੀ ਹੌਲੀ ਕੀ ਕਰਨਾ ਸਟਾਰਟ ਕਰ ਲਿਆ, ਐਮਬ੍ਰੇਸ ਮਤਲਬ ਵਧੀਆ ਤਰੀਕੇ ਨਾਲ ਮੰਨਣਾ। ਐਮਬ੍ਰੇਸ ਕੀ ਹੁੰਦਾ, ਕਿਸੇ ਚੀਜ਼ ਨੂੰ ਵਧੀਆ ਤਰੀਕੇ ਨਾਲ, ਹਨਾ, ਅਪਣਾ ਲੈਣਾ, ਉਹ ਸਟਾਰਟ ਕੀਤਾ ਉਹਨਾਂ ਨੇ। ਮੈਨੀ ਆਫ them embrace it in terms of perception, ਤਾਂ ਬਹੁਤ ਜ਼ਿਆਦਾ ਨੇ ਇਹਨਾਂ ਨੂੰ ਕਿਸ ਤਰੀਕੇ ਨਾਲ ਅਪਣਾਇਆ, in terms of perception ਦੇ ਟਰਮਸ ਦੇ ਵਿੱਚ ਇਹਨੂੰ ਅਪਣਾ ਲਿਆ। ਓਕੇ, embracing the idea of disorder as opposed to fearing it, ਠੀਕ ਹੈ, ਉਹਨੂੰ embrace ਕੀਤਾ ਨਾ ਕਿ ਉਹ ਤੋਂ ਡਰੇ ਉਹ। and in terms of process ਦੇ ਵਿੱਚ putting mechanism in place to reduce structure, okay, structure ਨੂੰ ਘੱਟ ਕੀਤਾ, ਉਹ ਨਵੇਂ mechanism ਲੈ ਕੇ ਆਏ ਕਿ ਕਿਹੜੀਆਂ ਚੀਜ਼ਾਂ ਸਾਡੇ ਲਈ work ਕਰਨਗੀਆਂ ਤੇ ਕਿਹੜੀਆਂ ਚੀਜ਼ਾਂ ਸਾਡੇ ਲਈ work ਨਹੀਂ ਕਰ ਰਹੀਆਂ, ਉਹ ਵਾਲੀਆਂ ਚੀਜ਼ਾਂ ਨੂੰ ਉਹਨਾਂ ਨੇ ਕੀ ਕੀਤਾ, embrace ਕੀਤਾ। okay, fine। then for example, ਉਸ ਤੋਂ ਬਾਅਦ examples ਦਿੱਤੀਆਂ ਨੇ। Oticon, a large Danish manufacturer ਸੀ of hearing aids, used what it called as spaghetti, ਉਹਨੇ ਕੁਝ use ਕੀਤਾ structure in order to reduce the organization's rigid hierarchies, ਮਤਲਬ ਜਿਹੜੀਆਂ ਪਹਿਲਾਂ ਹਾਇਰਾਰਕੀ ਕੀ ਹੁੰਦੀ ਹੈ ਨਾ, ਕਿ ਇੱਕ ਚੀਜ਼ ਬਣੀ ਹੁੰਦੀ ਹੈ ਕਿ ਪਹਿਲਾਂ ਇਹ ਹੋਏਗਾ ਫਿਰ ਇਹ ਹੋਏਗਾ ਫਿਰ ਇਹ ਹੋਏਗਾ, ਹਨਾ, ਉਹ ਚੀਜ਼ ਤੋਂ ਉਹਨੇ ਅਗੇਂਸਟ ਜਾ ਕੇ ਕੁਝ ਕੰਮ ਕੀਤਾ। This involves scrapping formal job titles and giving staff huge amounts of ownership, ਮਤਲਬ ਉਹਨਾਂ ਨੇ ਕੀ ਕੀਤਾ, ਜਿਹੜੇ ਸਟਾਫ ਸੀ ਨਾ ਉਹਨਾਂ ਨੂੰ ਓਨਰਸ਼ਿਪਸ ਦੇਤੀਆਂ ਕਿ ਤੁਸੀਂ ਆਪਣੇ ਅਕੋਰਡਿੰਗ ਕੰਮ ਕਰੋ ਓਵਰ देयर ਓਨ ਟਾਈਮ ਐਂਡ ਪ੍ਰੋਜੈਕਟਸ। ਦਿਸ ਅਪਰੋਚ ਪ੍ਰੂਵ ਟੂ ਬੀ ਹਾਈਲੀ ਸਕਸੈਸਫੁਲ, ਤਾਂ ਇਹ ਅਪਰੋਚ ਬਹੁਤ ਜ਼ਿਆਦਾ ਸਕਸੈਸਫੁਲ ਹੋਈ। ਇਨੀਸ਼ੀਅਲੀ ਵਿਦ ਕਲੀਅਰ ਇੰਪਰੂਵਮੈਂਟਸ ਇਨ ਵਰਕਰ ਪ੍ਰੋਡਕਟਿਵਿਟੀ ਇਨ ਆਲ ਫੈਸਟਸ ਆਫ ਬਿਜ਼ਨਸ, ਸਾਰੇ ਬਿਜ਼ਨਸਿਸ ਦੇ ਵਿੱਚ। ਓਕੇ, ਇਨ ਸਿਮਿਲਰ ਫੈਸ਼ਨ ਇੱਕ ਹੋਰ ਕਿਸੇ ਹੋਰ ਪਰਸਨ ਦੀ ਗੱਲ ਹੋਈ ਹੈ, ਉਹਨੇ ਵੀ ਸੇਮ ਚੀਜ਼ਾਂ ਕੀਤੀਆਂ। ਫਾਰਮਰ ਚੇਅਰਮੈਨ ਸੀਗਾ ਕੋਈ ਜਨਰਲ ਇਲੈਕਟ੍ਰਿਕ, ਐਮਬ੍ਰੇਸ ਡਿਸਆਰਗੇਨਾਈਜੇਸ਼ਨ, ਉਹਨੇ ਵੀ ਇਸ ਨੂੰ ਅਪਣਾਇਆ। putting forward the idea of the boundaryless organization, ਉਹਨੇ ਮਤਲਬ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਨਾ ਕੋਈ ਬਾਉਂਡਰੀ ਨਹੀਂ ਰੱਖੀ। ਓਕੇ, ਅਗੇਨ ਇਟ ਇਨਵੋਲਵਸ ਬ੍ਰੇਕਿੰਗ ਡਾਊਨ ਦਾ ਬੈਰੀਅਰਸ, ਜਿਹੜੇ ਬੈਰੀਅਰਸ ਸੀ, ਰੁਕਾਵਟਾਂ ਆ ਰਹੀਆਂ ਸੀ, ਉਹਨਾਂ ਨੂੰ ਤੋੜਿਆ ਬਿਟਵੀਨ ਡਿਫਰੈਂਟ ਪਾਰਟਸ ਆਫ ਅ ਕੰਪਨੀ ਐਂਡ ਐਨਕਰੇਜਿੰਗ virtual collaboration and flexible working, ਉਹਨੇ virtual collaboration and flexible working ਨੂੰ ਪ੍ਰਮੋਟ ਕੀਤਾ। ਮਤਲਬ ਲੋਕਾਂ ਨੂੰ ਇਹ ਨਹੀਂ ਕੀਤਾ ਕਿ ਇੱਕ ਸਟਰਕਚਰ ਹੈ EMPLOYEES ਨੂੰ ਕਿ ਉਹਦੇ ਅਕੋਰਡਿੰਗ ਹੀ ਤੁਸੀਂ ਕੰਮ ਕਰੋ, ਆਪਣੇ ਅਕੋਰਡਿੰਗ ਕੰਮ ਕਰੋ ਪਰ ਆਊਟਪੁੱਟ ਦਿਓ। Google and a number of other tech companies have embraced, ਇਹਨਾਂ ਨੇ ਵੀ ਇਹ ਚੀਜ਼ਾਂ ਨੂੰ embrace ਕੀਤਾ। ਮਤਲਬ ਇੱਕ ਚੀਜ਼ ਇਹਦੇ ਵਿੱਚ ਸਾਨੂੰ ਕੀ ਦੱਸੀ ਗਈ ਹੈ, ਸਾਨੂੰ ਇਹ ਦੱਸਿਆ ਗਿਆ ਕਿ ਪੁਰਾਣੀਆਂ ਚੀਜ਼ਾਂ ਨੂੰ ਛੱਡ ਕੇ ਡਿਸਆਰਗੇਨਾਈਜੇਸ਼ਨ ਉਹਨਾਂ ਨੇ ਐਮਬ੍ਰੇਸ ਕੀਤਾ ਤੇ ਉਹ ਆਪਣੀਆਂ ਨਵੀਆਂ ਟੈਕਨੀਕਸ ਲੈ ਕੇ ਆਏ, ਹਨਾ। ਜਿਵੇਂ ਫਸਟ ਵਾਲੇ ਨੇ ਕੀ ਕੀਤਾ, ਉਹਨੇ ਕੀ ਕੀਤਾ, ਆਪਣੇ ਓਨ ਟਾਈਮ ਐਂਡ ਪ੍ਰੋਜੈਕਟ ਦੀ ਜਗ੍ਹਾ ਉਹਨੇ ਲੋਕਾਂ ਨੂੰ, ਹਨਾ, ਗਿਵਿੰਗ ਸਟਾਫ ਨੂੰ ਕੀ ਕੀਤਾ, ਓਨਰਸ਼ਿਪ ਦੇਤੀ। ਤੇ ਜਿਹੜਾ ਸੈਕਿੰਡ ਪਰਸਨ ਸੀ ਜਨਰਲ ਇਲੈਕਟ੍ਰਿਕ, ਉਹਨੇ ਵੀ ਇਹਨੂੰ ਐਮਬ੍ਰੇਸ ਕੀਤਾ। ਉਹਨੇ ਕੀ ਕੀਤਾ, ਉਹਨੇ ਬਾਉਂਡਰੀਲੈਸ ਆਰਗੇਨਾਈਜੇਸ਼ਨ ਬਣਾਤੀ, ਬੈਰੀਅਰ ਸੀ ਜਿਹੜੇ ਉਹ ਸਾਰੇ ਤੋੜਤੇ। ਉਹਨੇ ਕਿਹਾ ਕਿ ਵਰਚੁਅਲ ਕੋਲੈਬੋਰੇਸ਼ਨ ਐਂਡ ਫਲੈਕਸੀਬਲ ਵਰਕਿੰਗ ਤੇ ਹੁਣ ਆਪਾਂ ਵਰਕ ਕਰਾਂਗੇ। ਇਸ ਤਰ੍ਹਾਂ ਹੋਰ ਕੰਪਨੀ ਵੀ ਸੀ ਜਿਵੇਂ ਗੂਗਲ ਵਗੈਰਾ, ਉਹਨਾਂ ਨੇ ਵੀ ਇਸ ਤਰ੍ਹਾਂ ਕੀਤਾ। ਓਕੇ, ਨੈਕਸਟ ਇਜ਼, ਸੋ ਇਹਦਾ ਆਨਸਰ ਕੀ ਹੋ ਸਕਦਾ ਹੈ? ਫਸਟ 3 ਆਪਣੇ ਹੋ ਗਏ। ਫੋਰਥ, ਆਰਗੇਨਾਈਜੇਸ਼ਨ ਦੈਟ ਪੁੱਟ ਅ ਨਿਊ ਅਪਰੋਚ ਇਨਟੂ ਪ੍ਰੈਕਟਿਸ। ਯੈਸ, ਇਟ ਕੁਡ ਬੀ ਦਾ ਆਨਸਰ ਕਿ ਉਹ ਆਰਗੇਨਾਈਜੇਸ਼ਨਸ, ਕਾਫੀ ਆਰਗੇਨਾਈਜੇਸ਼ਨਸ ਦੀ ਗੱਲ ਹੋਈ ਹੈ ਜਿਹੜੀਆਂ ਲੈ ਕੇ ਆਈਆਂ ਇੱਕ ਨਵੀਂ ਅਪਰੋਚ ਇਨਟੂ ਪ੍ਰੈਕਟਿਸ। ਓਕੇ,
ਬਾਕੀ ਵੀ ਆਪਾਂ ਪੜ ਲਾਂਗੇ। ਕਦੇ ਵੀ ਫੋਰਥ ਟਿਪ ਕੀ ਹੈ, ਕਦੇ ਵੀ ਜੇ ਤੁਹਾਨੂੰ ਇੱਕ ਆਨਸਰ ਲੱਗਦਾ ਉਹਨੂੰ ਉੱਥੇ ਹੀ ਨਾ ਛੱਡੋ, ਠੀਕ ਹੈ। ਕਈ ਵਾਰ ਸਿਮਿਲਰ ਆਨਸਰਸ ਵੀ ਪਏ ਹੁੰਦੇ ਨੇ, ਸਪੋਜ਼ ਮੈਨੂੰ ਫੋਰਥ ਆਨਸਰ ਲੱਗ ਰਿਹਾ ਤਾਂ ਮੈਂ ਇਹਨੂੰ ਹਾਈਲਾਈਟ ਕਰ ਸਕਦੀ ਹਾਂ, ਠੀਕ ਹੈ। ਬਟ ਤੁਹਾਨੂੰ ਬਾਕੀ ਜਿਹੜੇ ਰਹਿੰਦੇ ਨੇ ਨਾ ਰਿਮੇਨਿੰਗ, ਉਹਨਾਂ ਨੂੰ ਵੀ ਇੱਕ ਵਾਰ ਫਟਾਫਟ ਗੋ ਥਰੂ ਜ਼ਰੂਰ ਕਰੋ। ਕੰਪਨੀਜ਼ that have suffered from changing their approach, ਚੇਂਜ ਕਰਨ ਤੇ ਕਿਸੇ ਨੇ ਸਫਰ ਕੀਤਾ, ਇਹ ਗੱਲ ਨਹੀਂ ਹੋਈ। ਅਪਰੋਚ ਜ਼ਰੂਰ ਚੇਂਜ ਹੋਈ ਹੈ, ਨਵੀਂ ਅਪਰੋਚ ਆਈ ਹੈ, ਪਰ ਸਫਰਿੰਗ ਦੀ ਗੱਲ ਨਹੀਂ ਹੋਈ। ਨੈਕਸਟ ਆਪਣਾ ਹੋ ਚੁੱਕਿਆ ਹਾਊ ਟੂ ਅਚੀਵ ਆਊਟਕਮ ਦੈਟ ਆਰ ਕਰੰਟਲੀ ਨੋ, ਨੀਦਰ ਅਪਰੋਚ ਗਰੰਟੀ ਇੰਪਰੂਵਮੈਂਟ ਦੀ ਗੱਲ ਨਹੀਂ ਹੋਈ, ਮਤਲਬ ਇੰਪਰੂਵਮੈਂਟ ਹੋਈ ਹੈ ਪਰ ਇਹ ਨਹੀਂ ਕਿ ਇਸ ਅਪਰੋਚ ਨਾਲ ਨਹੀਂ ਹੋਈ। ਨੈਕਸਟ ਡਿਸਐਡਵਾਂਟੇजेस ਐਡਵਾਂਟੇजेस ਦੀ ਗੱਲ ਵੀ ਨਹੀਂ ਹੋਈ। ਸੋ ਆਪਣਾ ਆਨਸਰ ਕੀ ਹੋਏਗਾ, ਆਬਵੀਅਸਲੀ ਫੋਰਥ, ਉਹ ਆਰਗੇਨਾਈਜੇਸ਼ਨ ਜਿਹੜੀਆਂ ਇੱਕ ਨਵੀਂ ਪ੍ਰੈਕਟਿਸ ਨੂੰ ਅਪਰੋਚ ਦੇ ਵਿੱਚ ਲੈ ਕੇ ਆਈਆਂ। ਕਲੀਅਰ? ਹੁਣ ਦੇਖੋ, ਦੇਖਣ ਨੂੰ ਪੈਰਾਗ੍ਰਾਫ ਵੱਡਾ ਲੱਗ ਰਿਹਾ ਸੀ, ਪਰ ਜਿਵੇਂ ਜਿਵੇਂ ਆਪਾਂ ਸੋਲਵ ਕਰਦੇ ਗਏ ਨਾ ਉਹ ਈਜ਼ੀ ਹੁੰਦਾ ਗਿਆ। ਕਲੀਅਰ? ਇਸ ਤਰੀਕੇ ਨਾਲ ਤੁਸੀਂ ਸਮਝ ਕੇ ਇਹਨਾਂ ਨੂੰ ਕਰਨਾ ਹੈ। ਓਕੇ, ਲਾਸਟ ਆਪਾਂ ਐਚ ਡਿਸਕਸ ਕਰ ਲੈਣੇ ਫਟਾਫਟ। ਐਚ ਦੇ ਵਿੱਚ ਕੀ ਆਇਆ, ਅ ਵਰਡ ਆਫ ਵਾਰਨਿੰਗ, ਵਾਰਨਿੰਗ ਆਈ ਕਿਸੇ ਚੀਜ਼ ਦੀ, ਕਿਹਨੂੰ? ਟੂ ਅਦਰਸ ਥਿੰਕਿੰਗ ਆਫ ਜੰਪਿੰਗ ਔਨ ਦਿਸ ਬੈਂਡ ਵੈਗਨ। ਬੈਂਡ ਵੈਗਨ ਕੀ ਹੁੰਦਾ ਹੈ, ਮਤਲਬ ਆਪਾਂ ਇੱਕ ਤਰ੍ਹਾਂ ਕਹਿ ਦਿੰਦੇ ਨਾ ਰੈਟ ਰੇਸ ਚੱਲ ਰਹੀ ਹੈ, ਇੱਕ ਨੂੰ ਦੇਖ ਕੇ ਦੂਜਾ ਕਰ ਰਿਹਾ, ਦੂਜੇ ਨੂੰ ਦੇਖ ਕੇ ਤੀਜਾ ਕਰ ਰਿਹਾ, ਤਾਂ ਜਿਹੜੇ ਵੀ ਇਸ ਬੈਂਡ ਵੈਗਨ ਤੇ ਜੰਪ ਕਰ ਰਹੇ ਨੇ, ਇਸ ਨੂੰ ਅਪਣਾ ਰਹੇ ਨੇ, ਉਹਨਾਂ ਦੇ ਲਈ ਇੱਕ ਬਹੁਤ ਵੱਡੀ ਵਾਰਨਿੰਗ ਹੈ। ਓਕੇ, the evidence so far suggests disorder, ਹੁਣ ਇੱਕ ਐਵੀਡੈਂਸ ਵੀ ਆਈ। ਐਵੀਡੈਂਸ ਮਤਲਬ ਐਵੀਡੈਂਸ ਕੀ ਹੁੰਦਾ, ਸਬੂਤ ਵੀ ਆਇਆ ਹੈ ਨਾ, ਉਹਨੇ ਇਹ ਸੁਜੈਸਟ ਕੀਤਾ, ਇਹ ਦੱਸਿਆ। much like order ਦੀ ਜ਼ਿਆਦਾਤਰ ਤਰ੍ਹਾਂ also seems to have diminishing utility and can also have detrimental effects on performance if overused। okay, ਉਹਨਾਂ ਨੇ ਕਿਹਾ ਜੇ ਆਰਡਰ ਹੀ ਕਰਦੇ ਰਹੋਗੇ ਨਾ ਕਿ ਇਸ ਤਰੀਕੇ ਨਾਲ ਆਰਡਰ ਕਰੋ, ਇਸ ਤਰੀਕੇ ਨਾਲ ਸਟਰਕਚਰ ਹੋਵੇ ਚੀਜ਼ਾਂ, ਤਾਂ ਉਹਦੇ ਨਾਲ ਕੀ ਹੋਏਗਾ, ਜਿਹੜੀ ਯੂਟਿਲਿਟੀ ਆ ਉਹ ਵੀ ਡਿਮਿਨਿਸ਼ ਹੋਏਗੀ, ਤੇ ਜਿਹੜੀ ਪਰਫਾਰਮੈਂਸ ਹੈ ਨਾ ਉਹ ਤੇ ਵੀ ਖਤਰਨਾਕ ਹਾਰਮਫੁਲ ਇਫੈਕਟ ਆਏਗਾ ਜੇ ਉਹਨੂੰ ਓਵਰ ਯੂਜ਼ ਕਰ ਲਓਗੇ, ਮਤਲਬ ਉਹਨੂੰ ਲਿਮਿਟ ਦੇ ਵਿੱਚ ਯੂਜ਼ ਕਰੋ। ਓਕੇ, like order, disorder should be embraced only so far as it is useful। ਉਹਨਾਂ ਨੇ ਕਿਹਾ ਆਰਡਰ ਦੀ ਤਰ੍ਹਾਂ ਤਾਂ ਡਿਸਆਰਡਰ ਨੂੰ ਵੀ ਉਦੋਂ ਤੱਕ ਹੀ ਤੁਸੀਂ ਐਮਬ੍ਰੇਸ ਕਰੋ, ਉਦੋਂ ਤੱਕ ਹੀ ਉਹਦੇ ਅਕੋਰਡਿੰਗ ਕੰਮ ਕਰੋ, ਉਹਨੂੰ ਵਧੀਆ ਮੰਨੋ ਜਦੋਂ ਤੱਕ ਕੀ ਹੈ ਉਹ ਯੂਜ਼ਫੁਲ ਹੈ। ਓਕੇ, ਬਟ ਵੀ ਸ਼ੁਡ ਨਾਟ ਫੀਅਰ ਇਟ, ਸਾਨੂੰ ਡਰਨਾ ਨਹੀਂ ਚਾਹੀਦਾ। ਨੋਰ ਵੈਨਰੇਟ ਵਨ ਓਵਰ ਦਾ ਅਦਰ, ਨਾ ਹੀ ਇੱਕ ਨੂੰ ਦੂਜੇ ਦੇ ਨਾਲ ਕੋਰਿਲੇਟ ਕਰਨਾ ਚਾਹੀਦਾ ਹੈ ਜਾਂ ਇੱਕ ਨੂੰ ਦੂਜੇ ਤੋਂ ਉੱਪਰ ਸਮਝਣਾ ਚਾਹੀਦਾ ਹੈ। ਦਿਸ ਰਿਸਰਚ ਆਲਸੋ ਸ਼ੋਜ਼, ਇਹ ਰਿਸਰਚ ਨੇ ਹੋਰ ਵੀ ਦੱਸਿਆ ਡੈਟ ਵੀ ਸ਼ੁਡ ਕੰਟੀਨਿਊਲੀ ਕੁਐਸਚਨ, ਸਾਨੂੰ ਕੁਐਸਚਨ ਕਰਦੇ ਰਹਿਣਾ ਚਾਹੀਦਾ ਹੈ ਕਿ ਵੈਦਰ ਔਰ ਨਾਟ ਆਰ ਐਗਜ਼ਿਸਟਿੰਗ ਅਜ਼ੰਪਸ਼ਨਸ ਵਰਕ, ਕਿ ਕੀ ਸਾਡੀਆਂ ਜਿਹੜੀਆਂ ਪਹਿਲਾਂ ਦੀਆਂ ਅਜ਼ੰਪਸ਼ਨਸ ਨੇਗੀਆਂ ਉਹ ਵਰਕ ਕਰ ਰਹੀਆਂ ਨੇ ਜਾਂ ਨਹੀਂ ਕਰ ਰਹੀਆਂ। ਓਕੇ, ਸੋ ਇਹਦੇ ਵਿੱਚ ਕੀ ਹੈ, ਮਤਲਬ ਅਜ਼ੰਪਸ਼ਨਸ ਨੇ ਜਿਹੜੀਆਂ ਇੰਡੀਕੇਟ ਕਰਦੇ ਆ, ਇਹਨੇ ਰਾਈਟਰ ਨੇ ਇਹ ਕਿਹਾ ਡੈਡ ਸਾਨੂੰ ਹਮੇਸ਼ਾ ਇੱਕ ਕੁਐਸਚਨ ਪੁੱਛਦੇ ਰਹਿਣਾ ਚਾਹੀਦਾ ਹੈ ਕਿ ਜੋ ਵੀ ਅਸੀਂ ਪਰਫਾਰਮ ਕਰ ਰਹੇ ਹਾਂ, ਚਾਹੇ ਅਸੀਂ ਡਿਸਆਰਡਰ ਦੇ ਅਕੋਰਡਿੰਗ ਕਰ ਰਹੇ ਹਾਂ, ਚਾਹੇ ਆਰਡਰ ਦੇ ਅਕੋਰਡਿੰਗ ਕਰ ਰਹੇ ਹਾਂ, ਕਿ ਜਿਹੜੀਆਂ ਸਾਡੀਆਂ ਅਜ਼ੰਪਸ਼ਨਸ ਨੇ, ਜੋ ਅਸੀਂ ਮੰਨਦੇ ਹਾਂ, ਸਾਡੇ ਬਿਲੀਫਸ ਨੇ, ਉਹ ਕੰਮ ਕਰ ਰਹੇ ਨੇ ਜਾਂ ਕੰਮ ਨਹੀਂ ਕਰ ਰਹੇ। ਤਾਂ ਇਹਦਾ ਮਤਲਬ ਇਹ ਕਹਿ ਰਹੇ ਨੇ ਕਿ ਕਦੇ ਵੀ ਜਿਹੜੀ ਇੱਕ ਅਪਰੋਚ ਹੈ ਨਾ, ਇੱਕ ਚੀਜ਼ ਦੇ ਪਿੱਛੇ ਨਾ ਭੱਜੋ, ਜਾਂ ਤਾਂ ਚੇਂਜ ਹੁੰਦੇ ਰਹੋ ਜਾਂ ਫਿਰ ਕੁਐਸਚਨ ਪੁੱਛਦੇ ਰਹੋ ਕਿ ਇਹ ਤੁਹਾਨੂੰ ਹੈਲਪ ਕਰ ਰਹੀ ਹੈ ਚੀਜ਼ ਨਾ ਨਹੀਂ ਕਰ ਰਹੀ। ਤਾਂ ਇਦਾਂ ਦਾ ਤਾਂ ਇੱਕ ਆਪਾਂ ਪੜ੍ਹੀ ਬੈਠੇ ਹਾਂ, ਕਿਹੜਾ? ਯੈਸ, ਨੀਦਰ ਅਪਰੋਚ ਗਰੰਟੀਜ਼ ਕੰਟੀਨਿਊਸ ਇੰਪਰੂਵਮੈਂਟ, ਮਤਲਬ ਕੋਈ ਵੀ ਅਪਰੋਚ ਇਦਾਂ ਦੀ ਨਹੀਂ ਹੈਗੀ ਜਿਹਦੇ ਨਾਲ ਤੁਹਾਨੂੰ ਲਗਾਤਾਰ ਇੰਪਰੂਵਮੈਂਟ ਹੀ ਮਿਲਦੀ ਰਹੇ, ਲਗਾਤਾਰ ਵਧੀਆ ਰਿਜ਼ਲਟਸ ਹੀ ਮਿਲਦੇ ਰਹਿਣ, ਤੁਹਾਨੂੰ ਕਿਤੇ ਨਾ ਕਿਤੇ ਸਟੇਜ ਤੇ ਆ ਕੇ ਚੇਂਜਸ ਜ਼ਰੂਰ ਕਰਨੇ ਪੈਣਗੇ। ਸੋ ਆਈ ਹੋਪ ਇਟ ਇਜ਼ clear to you guys. If you find the video useful and helpful, please hit the like button and yes, don't forget to subscribe my channel and share the video। okay guys, ਜੇ ਫਿਰ ਵੀ ਤੁਹਾਡੇ ਕੋਈ ਡਾਊਟਸ ਰਹਿ ਗਏ, ਕੁਐਰੀਜ਼ ਨੇ ਰਿਲੇਟਡ ਟੂ ਦਿਸ ਮੈਚਿੰਗ ਹੈਡਿੰਗਸ, ਬਿਕਾਜ਼ ਇਹ ਨਾ ਬਹੁਤ ਚੈਲੰਜਿੰਗ ਹੈ ਐਂਡ ਯੈਸ ਇਹ ਨਾ ਪੇਪਰ ਦੇ ਵਿੱਚ ਆ ਵੀ ਜਾਂਦਾ ਹੁੰਦਾ ਹੈ, ਠੀਕ ਹੈ। ਇਹ ਵਾਲਾ ਜਿਹੜਾ ਪੈਸੇਜ ਸੀ ਇਹ ਅਕੈਡਮਿਕ ਦੀ ਕੈਂਬਰਿਜ 14 ਦੇ ਵਿੱਚੋਂ ਚੱਕਿਆ ਹੋਇਆ। ਜੇ ਤੁਸੀਂ ਪ੍ਰੈਕਟਿਸ ਕਰਨੀ ਹੈ ਬੁੱਕਸ ਨੇ ਤਾਂ ਉੱਥੋਂ ਵੀ ਕਰ ਸਕਦੇ ਹੋ, ਇੰਪੋਰਟੈਂਟ ਵਨ ਹੈ ਹਨਾ, ਪ੍ਰੈਕਟਿਸ ਜ਼ਰੂਰ ਕਰੋ, ਡਾਊਟਸ ਕਲੀਅਰ ਹੋਣਗੇ। ਅੱਜ ਕੱਲ੍ਹ ਕਿਸ ਤਰ੍ਹਾਂ ਦੇ ਮੈਚਿੰਗ ਹੈਡਿੰਗਸ ਦੇ ਵਿੱਚ ਕਿਸ ਤਰ੍ਹਾਂ ਦੇ ਪੈਸੇजेस ਆਉਂਦੇ ਆ, ਕਿਸ ਤਰ੍ਹਾਂ ਦੇ ਆਪਸ਼ਨਸ ਆਉਂਦੇ ਆ, ਉਹ ਵੀ ਤੁਹਾਨੂੰ ਕਲੀਅਰ ਹੋਏਗਾ। ਫਾਈਨ, ਇਫ ਯੂ ਹੈਵ ਐਨੀ ਡਾਊਟਸ, ਐਨੀ ਕੁਐਰੀਜ਼, ਡੂ ਰਾਈਟ ਮੀ ਇਨ ਦਾ ਕਮੈਂਟ ਸੈਕਸ਼ਨ। Stay tuned for more updates. Thank you so much. Bye bye. Take care.